ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਛਤਰ ਦੇ ਮਾਲਕ, ਲੋਕ ਪਰਲੋਕ ਸਹਾਏ ਹਾਜ਼ਰ ਨਾਜ਼ਰ ਵਾਲੀਏ ਕੁਲ ਆਲਮ ਦੋ ਜਹਾਂ ਮਾਲਕ। ਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦੇ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਆਏ ਮੁੱਖ ਵਾਕ ਦੇ ਅੱਖਰੀ ਵਿਚਾਰ। ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਦੇ ਅੱਖਰੀ ਅਰਥ ਇਸ ਪ੍ਰਕਾਰ ਹਨ ਜੀ। ਅੱਜ ਦੇ ਪਾਵਨ ਹੁਕਮ, ਅੱਜ ਦੇ ਪਾਵਨ ਮੁੱਖ ਵਾਕ ਭਗਤ ਰਵਿਦਾਸ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਧਨਾਸਰੀ ਰਾਗ ਦੇ ਅੰਦਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਪਾਵਨ ਅੰਗ 694 ਦੇ ਉੱਪਰ ਸੁਭਾਏਮਾਨ ਹਨ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਮੂਹ ਸੰਗਤਾਂ ਆਪਣੀਆਂ ਹਾਜ਼ਰੀਆਂ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲਗਾਓ, ਹੱਥ ਜੋੜੋ, ਮਸਤਕ ਝੁਕਾਓ। ਗੱਜ ਕੇ ਫਤਿਹ ਬੁਲਾਓ ਜੀ, ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਪ੍ਰਵਾਨ ਹੋਵੇ। ਗੁਰੂ ਪਿਆਰੀ ਸਾਧ ਸੰਗਤ ਜੀਓ, ਬਿਰਤੀਆਂ ਇਕਾਗਰ ਚਿੱਤ ਕਰੋ। ਆਪਾਂ ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਦੇ ਨਾਲ ਅੱਜ ਦੇ ਪਾਵਨ ਮੁੱਖ ਵਾਕ ਦੇ ਸ਼ਬਦੀ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਭਗਤ ਰਵਿਦਾਸ ਜੀ ਕੀ। ਧਨਾਸਰੀ ਭਗਤ ਰਵਿਦਾਸ ਜੀ ਕੀ। ਰਾਗ ਧਨਾਸਰੀ ਦੇ ਅੰਦਰ ਭਗਤ ਰਵਿਦਾਸ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਧੁਰਕੀ ਬਾਣੀ, ਇਲਾਹੀ ਦਰਗਾਹੀ ਬਾਣੀ। ਸਾਧ ਸੰਗਤ ਜੀ, ਭਗਤ ਰਵਿਦਾਸ ਜੀ ਭਗਤ ਕਬੀਰ ਜੀ ਦੇ ਸਮਕਾਲੀ ਸਨ ਤੇ ਕਾਂਚੀ ਨਿਵਾਸੀ ਰਾਮਾਨੰਦ ਦਾ ਚੇਲਾ ਤੇ ਚਮਾਰ ਜਾਤੀ ਦੇ ਨਾਲ ਸੰਬੰਧਿਤ ਰੱਖਦੇ ਸਨ, ਜਿਨ੍ਹਾਂ ਦੀ ਬਾਣੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ, ਜਿਨ੍ਹਾਂ ਨੂੰ ਮਾਣ ਬਖਸ਼ਿਸ਼ ਕੀਤਾ ਹੈ ਮੇਰੇ ਪਾਤਸ਼ਾਹ ਨੇ। ਅੱਜ ਦੇ ਪਾਵਨ ਉਪਦੇਸ਼ ਦੇ ਅੰਦਰ ਭਗਤ ਜੀ ਬਖਸ਼ਿਸ਼ ਕਰ ਰਹੇ ਹਨ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਦੇ ਵਾਸਤੇ। ਸ਼ਬਦ ਦੀ ਪਾਵਨ ਆਰੰਭਤਾ ਤੋਂ ਪਹਿਲਾਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਆ ਮੰਗਲਾਚਰਨ ਦੀ। ਇੱਕ ਓੰਕਾਰ ਸਤਿਗੁਰ ਪ੍ਰਸਾਦ।
ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਕਿਸ ਦੀ ਕਿਰਪਾ ਦੇ ਨਾਲ ਸਾਧ ਸੰਗਤ ਜੀ? ਸਤਿਗੁਰੂ ਦੀ ਕਿਰਪਾ ਦੇ ਨਾਲ। ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਬਖਸ਼ਿਸ਼ ਦੇ ਨਾਲ ਮਿਲਦਾ ਹੈ। ਹਮ ਸਰ ਦੀਨ ਦਇਆਲ ਨ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਹਮ ਸਰ ਦੀਨ ਦਇਆਲ ਨ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਹਮ ਕਹਿੰਦੇ ਨੇ ਅਸੀਂ, ਮੇਰੇ ਵਰਗਾ, ਸਰ ਵਰਗਾ ਬਰਾਬਰ ਦਾ, ਦੀਨ ਨਿਮਾਣਾ ਕੰਗਾਲ, ਅਬ ਹੋਣ ਪਤਿਆਰਾ ਹੋਰ ਪਰਤਾਵਾ। ਕਿਆ ਕੀਜੇ, ਕੀ ਕਰਨਾ ਹੋਇਆ, ਕਰਨ ਦੀ ਲੋੜ ਨਹੀਂ ਹੈ ਮਾਧੋ। ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ ਤੇਰੇ ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ। ਮੇਰੀ ਕੰਗਾਲਤਾ ਦਾ ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। ਮੇਰੀ ਕੰਗਾਲਤਾ ਦਾ ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ, ਕਿਉਂਕਿ ਸਾਧ ਸੰਗਤ ਜੀ, ਭਗਤ ਰਵਿਦਾਸ ਜੀ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਹੋ ਕੇ ਬੇਨਤੀ ਕਰ ਰਹੇ ਨੇ ਕਿ ਹੇ ਮਾਧੋ, ਹਮ ਸਰ ਦੀਨ ਦਇਆਲ ਨ ਤੁਮ ਸਰ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪਰਗਾਸ। ਸਾਡੀ ਇਹ ਹਸਤੀ ਆ ਸਾਧ ਸੰਗਤ ਜੀ। ਅਬ ਪਤਿਆਰ ਕਿਆ ਕੀਜੈ, ਮਾਲਕ ਅਕਾਲ ਪੁਰਖ ਵਾਹਿਗੁਰੂ ਜੀ, ਸਾਡੀ ਕੀ ਹਸਤੀ ਹੈ। ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਅਸੀਂ ਕੀੜੇ ਤੇ ਕਿਰਮ ਆ, ਕਿੰਦੀ ਸ਼ਰਨ ਦੇ ਵਿੱਚ ਆਏ ਆ? ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ਼ਰਨ ਦੇ ਵਿੱਚ। ਕਰ ਦਇਆ, ਦਇਆ ਕਰ, ਰਹਿਮਤ ਬਖਸ਼ਿਸ਼ ਕਰ, ਨਾਮ ਪ੍ਰਗਾਸ, ਨਾਮ ਪ੍ਰਗਾਸ ਭਾਵ ਨਾਮ ਦੀ ਦਾਤ ਦੇ। ਸਾਡੀ ਹਸਤੀ ਕੀੜਿਆਂ ਮਕੌੜਿਆਂ ਵਰਗੀ ਹੈ, ਕਿਰਮਾਂ ਦੇ ਵਰਗੀ ਹੈ, ਤੇ ਸਤਿਗੁਰੂ ਜੀ ਅਸੀਂ ਤੁਹਾਡੀ ਸਰਨਾਈ ਆਏ ਆ। ਕਿਉਂਕਿ ਭਗਤ ਜੀ ਕਹਿ ਰਹੇ ਨੇ, ਦਇਆਲ ਨਾ ਤੁਮ ਸਰ, ਤੇਰੇ ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ। ਮੇਰੀ ਕੰਗਾਲਤਾ ਦਾ ਹੁਣ ਹੋਰ ਪਰਤਾਵਾ ਕਰਨ ਦੀ ਕੋਈ ਲੋੜ ਵੀ ਨਹੀਂ। ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਬਚਨੀ ਤੋਰ ਕਹਿੰਦੇ ਨੇ ਤੇਰੀਆਂ ਗੱਲਾਂ ਕਰਕੇ, ਮੋਰ ਮੇਰਾ, ਮਾਨੈ ਮਨ ਜਾਏ, ਪਤੀਜ ਜਾਏ, ਪੂਰਨ ਪੂਰਨ ਭਰੋਸਾ। ਹੇ ਸੋਹਣੇ ਰਾਮ, ਮੈਨੂੰ ਦਾਸ ਨੂੰ ਇਹ ਸਿਦਕ ਬਖਸ਼। ਕਿੰਨਾ ਕੁ ਸਿਦਕ ਚਾਹੀਦਾ ਹੈ? ਪੂਰਨ ਸਿਦਕ ਬਖਸ਼ ਕਿ ਮੇਰਾ ਮਨ ਤੇਰੀ ਸਿਫਤ ਸਲਾਹ ਦੀਆਂ ਗੱਲਾਂ ਦੇ ਵਿੱਚ ਪਰਚ ਜਾਇਆ ਕਰੇ, ਪਤੀਜ ਜਾਇਆ ਕਰੇ ਮੇਰਾ ਮਨ ਤੇਰੀ ਸਿਫਤ ਸਲਾਹ ਦੀਆਂ ਗੱਲਾਂ ਦੇ ਵਿੱਚ। ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖਸ਼। ਬਚਨੀ ਤੋਰ ਮੋਰ ਮਨ ਮਾਨੈ,
ਤੋਰ ਕਹਿੰਦੇ ਨੇ ਤੇਰਾ ਤੇ ਮੋਰ ਕਹਿੰਦੇ ਨੇ ਸਾਧ ਸੰਗਤ ਜੀ ਮੇਰਾ। ਮਨ ਮਾਨੇ ਮਨ ਜਾਏ ਤੇਰੀਆਂ ਗੱਲਾਂ ਕਰਕੇ, ਹੇ ਸੋਹਣੇ ਰਾਮ। ਮੈਨੂੰ ਪੂਰਨ ਸਿਦਕ ਬਖਸ਼, ਮੈਨੂੰ ਇਤਨੀ ਕੁ ਸੋਝੀ ਬਖਸ਼। ਦੀਜੇ ਦਿਓ ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ। ਜੋ ਸਿਰ ਸਾਈ ਨਾ ਨਿਵੈ, ਸੋ ਸਿਰ ਦੀਜੈ ਡਾਰ। ਦੀਜੈ, ਜੋ ਸਿਰ ਸਾਈ ਨਾ ਨਿਵੈ, ਸੋ ਸਿਰ ਦੀਜੈ ਡਾਰ। ਸਾਧ ਸੰਗਤ ਜੀ, ਭਗਤ ਜੀ ਕਹਿ ਰਹੇ ਨੇ ਕਿ ਮੇਰਾ ਮਨ ਉਹ ਤੇਰੀਆਂ ਗੱਲਾਂ ਕਰਕੇ, ਸਿਫਤ ਸਲਾਹ ਦੀਆਂ ਗੱਲਾਂ ਵਿੱਚ ਪਰਚ ਜਾਇਆ ਕਰੇ। ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖਸ਼, ਤਾਂ ਜੋ ਮੇਰਾ ਮਨ ਆ ਉਹ ਤੇਰੀਆਂ ਸਿਫਤ ਸਲਾਹ ਦੀਆਂ ਗੱਲਾਂ ਦੇ ਵਿੱਚ ਪਰਚ ਜਾਇਆ ਕਰੇ। ਹਉ ਬਲ ਬਲ ਜਾਉ ਰਮਈਆ ਕਾਰਨੇ, ਹਉ ਬਲ ਬਲ ਜਾਉ ਰਮਈਆ ਕਾਰਨੇ। ਬਲ ਬਲ ਕਹਿੰਦੇ ਨੇ ਬਲਿਹਾਰ ਵਾਰਨੈ ਸਦਕੇ, ਹਉ ਬਲ ਬਲ ਜਾਉ। ਰਮਈਆ ਕਾਰਨੇ ਤੋਂ ਭਾਵ ਸੋਹਣੇ ਰਾਮ ਤੋਂ, ਹੇ ਸੋਹਣੇ ਰਾਮ ਮੈਂ ਤੈਥੋਂ ਸਦਕੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਰਮਈਆ ਕਹਿੰਦੇ ਨੇ ਸਰਬ ਵਿਆਪਕ ਪ੍ਰਭੂ ਨੂੰ, ਜੋ ਹਰ ਇੱਕ ਦੇ ਵਿੱਚ ਰਮਿਆ ਹੋਇਆ ਏ, ਕਣ ਕਣ ਦੇ ਵਿੱਚ ਜੋ ਰਮਿਆ ਹੋਇਆ ਏ, ਜੋ ਸਰਬ ਵਿਆਪਕ ਹੈ। ਸਾਧ ਸੰਗਤ ਜੀ, ਜਿਸ ਦੀ ਹੋਂਦ ਹਰ ਇੱਕ ਜਰੇ ਜਰੇ ਦੇ ਵਿੱਚ ਆ, ਕਣ ਕਣ ਦੇ ਵਿੱਚ ਆ। ਹਰ ਜੀ ਸਭੈ ਪ੍ਰਤ ਪਾਲਦਾ, ਘਟ ਘਟ ਰਮਈਆ ਸੋਏ। ਹਰ ਜੀ ਸਭੈ ਪ੍ਰਤ ਪਾਲਦਾ, ਹਰੀ ਸਾਰੇ ਜੀਆਂ ਨੂੰ ਪ੍ਰਤਪਾਲਦਾ ਹੈ, ਭਾਵ ਉਹਨਾਂ ਦੀ ਪ੍ਰਤਪਾਲਦਾ ਕਰਦਾ ਹੈ। ਘਟ ਘਟ ਰਮਈਆ ਸੋਏ, ਉਹ ਹਰ ਇੱਕ ਦੇ ਹਿਰਦੇ ਘਰ ਦੇ ਵਿੱਚ ਵਸਿਆ ਹੋਇਆ ਹੈ। ਤੂੰ ਘਰ ਘਰ ਰਮਈਆ ਫੇਰੀ, ਪ੍ਰਭੂ ਨੇ ਘਰ ਘਰ ਦੇ ਵਿੱਚ ਰਮੀਆਂ ਰੇਨ ਸਾਧ ਜਨ ਪਾਵੂ। ਬਲ ਬਲਿਹਾਰ, ਹੇ ਸੋਹਣੇ ਰਾਮ ਮੈਂ ਤੈਥੋਂ ਸਦਕੇ ਹਾਂ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਹਾਉ ਹਰ ਬਿਨ ਜੀਓ ਜਲ ਬਲ ਜਾਓ। ਕਹਿਣ ਤੋਂ ਭਾਵ ਸਾਧ ਸੰਗਤ ਜੀ, ਭਗਤ ਜੀ ਇਸ ਪੰਕਤੀ ਦੇ ਅੰਦਰ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਕਰ ਰਹੇ ਨੇ ਕਿ ਹੇ ਸਾਰੇ ਸੰਸਾਰ ਦੇ ਸੋਹਣੇ ਰਾਮ, ਜਰੇ ਜਰੇ ਦੇ ਵਿੱਚ ਰਮੇ ਹੋਏ ਰਾਮ, ਮੈਂ ਤੈਥੋਂ ਸਦਕੇ ਹਾਂ, ਤੈਥੋਂ ਬਲਿਹਾਰ ਹਾਂ, ਕੁਰਬਾਨ ਹਾਂ, ਵਾਰਨੇ ਹਾਂ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਗੂਜਰੀ ਰਾਗ ਦੇ ਅੰਦਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਸਦਾ ਸਦਾ ਬਲ ਬਲ ਬਲਿਹਾਰ ਜਾਣਾ ਚਾਹੀਦਾ ਹੈ ਮਾਲਕ ਤੋਂ, ਉਸ ਅਕਾਲ ਪੁਰਖ ਵਾਹਿਗੁਰੂ ਤੋਂ। ਕਿਉਂ? ਤੇਰਾ ਅੰਤ ਨਾ ਪਾਰਾ ਵਰਿਆ, ਤੇਰਾ ਅੰਤ ਕਿਸੇ ਨੇ ਨਹੀਂ ਪਾ ਸਕਿਆ, ਕੋਈ ਅੰਤ ਨਹੀਂ ਪਾ ਸਕਿਆ ਤੇਰਾ। ਕਾਰਨ ਕਵਣ ਅਬੋਲ ਰਹਾਉ, ਕਾਰਨ ਕਵਣ ਅਬੋਲ ਰਹਾਉ। ਹੁਣ ਸਮਝਣ ਦਾ ਯਤਨ ਕਰਿਓ ਸਾਧ ਸੰਗਤ ਜੀ। ਇਸ ਤੋਂ ਉੱਪਰ ਵਾਲੀ ਪੰਕਤੀ ਦੇ ਵਿੱਚ ਭਗਤ ਰਵਿਦਾਸ ਜੀ ਕਹਿ ਰਹੇ ਨੇ ਉਸ ਮਾਲਕ ਨੂੰ, ਮਾਧੋ ਨੂੰ, ਸੋਹਣੇ ਰਾਮ ਨੂੰ ਕਿ ਹੇ ਮਾਲਕ ਜੀ,
ਅਕਾਲ ਪੁਰਖ ਵਾਹਿਗੁਰੂ ਜੀਓ, ਮੈਂ ਤੁਹਾਡੇ ਤੋਂ ਸਦਕੇ ਹਾਂ, ਵਾਰਨੇ ਹਾਂ, ਕੁਰਬਾਨ ਹਾਂ। ਪਰ ਕਾਰਨ ਕਵਨ ਅਬੋਲ ਰਹਾਓ, ਕਵਣ ਕਿਸ ਕਾਰਨ, ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ। ਇੱਥੇ ਭਗਤ ਜੀ ਰਹਾਓ ਭਾਵ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰ ਰਹੇ ਨੇ ਵੀ ਭਾਈ, ਹੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ, ਮੇਰੇ ਨਾਲ ਕਿਉਂ, ਕਿਸ ਗੱਲੇ ਕਿਉਂ ਨਹੀਂ ਬੋਲਦੇ। ਅਬੋਲ ਕਹਿੰਦੇ ਨੇ ਬੋਲ ਚਾਲ ਨਾ ਰੱਖਣਾ, ਨਹੀਂ ਬੋਲਣਾ। ਕਵਣ ਕਿਹੜਾ, ਕਿਸ ਕਾਰਨ, ਤੁਮ ਸਿਉ ਤੋਰ ਕਵਣ ਸਿਉ ਜੂੜੇ। ਤੁਮ ਸਿਉ ਤੋਰ ਕਵਣ ਸਿਉ ਜੂੜੇ, ਕਿਹੜੀ ਗੱਲੋਂ ਤੂੰ ਕਿਉਂ ਨਹੀਂ ਬੋਲਦਾ ਮੇਰੇ ਨਾਲ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ। ਸਾਡੀ ਪ੍ਰੀਤ ਤੇਰੇ ਚਰਨਾਂ ਦੇ ਨਾਲ ਲੱਗੀ ਹੋਈ ਆ, ਇਸ ਨੂੰ ਤੋੜ ਕੇ ਹੁਣ ਕਿੱਧਰ ਜੋੜੀਏ। ਸਾਡੀ ਪ੍ਰੀਤ ਤੇਰੇ ਚਰਨਾਂ ਦੇ ਨਾਲ ਲੱਗੀ ਆ, ਦੱਸ ਫਿਰ ਮਾਲਕ ਕਿੱਧਰ ਜੋੜੀਏ ਇਸ ਨੂੰ ਤੇਥੋਂ ਤੋੜ ਕੇ। ਦੁਨੀਆ ਕੀਆਂ ਵਡਿਆਈਆਂ ਕਵਣ ਆਵੈ ਕਾਮ, ਇਹ ਦੁਨੀਆ ਦੀਆਂ ਮਹਿਮਾ ਵਡਿਆਈਆਂ ਕਿਸੇ ਕੰਮ ਨਹੀਂ, ਤੂੰ ਦੱਸ ਸਾਡੇ ਨਾਲ ਕਿਉਂ ਨਹੀਂ ਬੋਲਦਾ। ਅਸੀਂ ਤੈਥੋਂ ਸਦਕੇ ਹਾਂ, ਵਾਰਨੇ ਹਾਂ, ਬਲਿਹਾਰਨੇ ਹਾਂ। ਕਾਰਨ ਕੀ ਕਾਰਨ ਹੈ, ਕਿਸ ਵਾਸਤੇ ਨਹੀਂ ਬੋਲਦਾ। ਸਾਧ ਸੰਗਤ ਜੀ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਪੁੱਛ ਰਹੇ ਨੇ ਭਗਤ ਰਵਿਦਾਸ ਜੀ। ਅਗਲੀ ਪੰਕਤੀ 'ਚ ਬਖਸ਼ਿਸ਼ ਕਰ ਰਹੇ ਨੇ, ਬਹੁਤ ਜਨਮ ਵਿਛੁਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਬਹੁਤ ਜਨਮ ਵਿਛੁਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਮਾਧੋ, ਹੇ ਮਾਧੋ, ਤੁਮਾਰੇ ਲੇਖੇ ਭਾਵ ਤੇਰੀ ਯਾਦ ਦੇ ਵਿੱਚ ਬੀਤੇ। ਭਗਤ ਰਵਿਦਾਸ ਜੀ ਆਖਦੇ ਨੇ ਕਿ ਹੇ ਮਾਧੋ, ਮਾਧੋ ਕਹਿੰਦੇ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਨੂੰ, ਪਰਮ ਪਿਤਾ ਪਰਮਾਤਮਾ ਨੂੰ, ਰੱਬ ਨੂੰ। ਕਈ ਜਨਮਾਂ ਜਮਾਂਤਰਾਂ ਤੋਂ ਤੈਥੋਂ ਵਿਛੜਿਆ ਆ ਰਿਹਾ ਹਾਂ, ਮਿਹਰ ਕਰ ਮੇਰਾ ਇਹ ਜਨਮ ਤੇਰੀ ਯਾਦ ਦੇ ਵਿੱਚ ਬੀਤੇ। ਕਈ ਜਨਮਾਂ ਜਮਾਂਤਰਾਂ ਤੋਂ ਤੈਥੋਂ ਵਿਛੜਿਆ ਆ ਰਿਹਾ ਹਾਂ, ਮਿਹਰ ਕਰ ਰਹਿਮਤ ਬਖਸ਼ਿਸ਼ ਕਰ ਮੇਰਾ ਇਹ ਜਨਮ ਤੇਰੀ ਯਾਦ ਦੇ ਵਿੱਚ ਬੀਤੇ, ਤੇਰੀ ਯਾਦ ਦੇ ਵਿੱਚ ਬਤੀਤ ਹੋਵੇ ਮੇਰਾ ਇਹ ਜਨਮ ਆ, ਜਿਹੜਾ ਮਨੁੱਖਾ ਜਨਮ ਮੈਂ ਲੈ ਕੇ ਆਇਆ। ਬਹੁਤ ਕਹਿੰਦੇ ਨੇ ਬਹੁਤ ਆਂਤ ਬੜੇ ਸਾਰੇ ਜਨਮਾਂ ਤੋਂ, ਜਨਮ ਕਹਿੰਦੇ ਨੇ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਆਉਣਾ। ਜ਼ਰੂਰੀ ਨਹੀਂ ਮਨੁੱਖੀ ਜਾਮੇ ਦੇ ਵਿੱਚ ਆਪਾਂ ਆਉਣੇ ਆ ਤਾਂ ਜਨਮ ਹੁੰਦਾ ਹੈ। 184 ਜੂਣੇ ਉਪਾਈ, ਰਿਜਕ ਦੀਆ ਸਭ ਹੂੰ ਕੋ ਤਦ ਕਾ। 84 ਲੱਖ ਜੂਨਾਂ ਦੇ ਵਿੱਚ ਜਨਮ ਹੁੰਦਾ ਹੈ, ਮੌਤ ਹੁੰਦੀ ਹੈ। ਕਿਉਂਕਿ ਸੰਸਾਰ ਦੇ ਵਿੱਚ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਤੋਂ ਬਗੈਰ ਕੋਈ ਵੀ ਥਿਰ ਨਹੀਂ ਹੈ, ਕੋਈ ਵੀ ਸਦਾ ਟਿਕਿਆ ਰਹਿਣ ਵਾਲਾ ਨਹੀਂ ਹੈ। ਉਸ ਮਾਲਕ ਤੋਂ ਬਗੈਰ, ਉਸ ਸ੍ਰਿਸ਼ਟੀ ਦੇ ਕਰਤੇ ਤੋਂ ਬਗੈਰ, ਸ੍ਰਿਸ਼ਟੀ ਦੇ ਰਚਨਹਾਰ ਤੋਂ ਬਗੈਰ ਕਿਤਨੇ ਕੁ ਜਨਮਾਂ ਤੋਂ ਬਾਅਦ ਸਾਨੂੰ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। 84 ਲੱਖ ਜੂਨਾਂ ਭੋਗਣ ਤੋਂ ਬਾਅਦ, 84 ਲੱਖ ਵਾਰ ਮਰਨ ਅਤੇ ਜਿਉਣ ਤੋਂ ਬਾਅਦ ਸਾਧ ਸੰਗਤ ਜੀ, ਤਦੇ ਤਾਂ ਭਗਤ ਜੀ ਕਹਿ ਰਹੇ ਨੇ ਕਿ ਬਹੁਤ ਜਨਮ ਵਿਛੁਰੇ ਥੇ ਮਾਧੋ। ਨਹੀਂ ਤਾਂ ਕਹਿ ਦਿੰਦੇ 5, 10, 50, 100, 1000, 10,000, ਲੱਖ ਕਹਿ ਦਿੰਦੇ। ਨਹੀਂ, ਬਹੁਤ ਜਨਮ, ਬਹੁਤ ਆਂਤ ਤੋਂ ਬਾਅਦ ਉਹ ਗਿਣਤੀ ਜਿਹੜੀ ਅਨੰਤ ਹੈ, ਵੀ ਪਤਾ ਹੀ ਨਹੀਂ ਕਿੰਨੇ ਕੁ ਬਹੁਤ ਜ਼ਿਆਦਾ ਜਨਮਾਂ ਜਮਾਂਤਰਾਂ ਤੋਂ ਤੈਥੋਂ ਵਿਛੜੇ ਆ ਰਹੇ ਹਾਂ। ਕਈ ਜਨਮਾਂ ਤੋਂ 84 ਲੱਖ ਜੂਨਾਂ ਭੋਗ ਲੀਆਂ ਨੇ, ਉਹਨਾਂ ਸਾਰੀਆਂ ਦੇ ਵਿੱਚੋਂ ਤੈਥੋਂ ਵਿਛੜੇ ਆ ਰਹੇ ਹਾਂ। ਇਹੋ ਜਨਮ ਤੁਮਾਰੇ ਲੇਖੇ, ਤਾਂ ਮਿਹਰ ਕਰੋ, ਰਹਿਮਤ ਬਖਸ਼ਿਸ਼ ਕਰੋ
ਇਹ ਜਨਮ ਆ ਜਿਹੜਾ ਮਨੁੱਖਾ ਜੀਵਨ ਸਫਲ ਮਿਲਿਆ ਸਾਨੂੰ, ਇਹ ਸਫਲ ਹੋ ਜਾਵੇ, ਤੇਰੀ ਯਾਦ ਦੇ ਵਿੱਚ ਬੀਤੇ, ਤੇਰੀ ਭਜਨ ਬੰਦਗੀ ਸਿਫਤ ਸਲਾਹ ਸੇਵਾ ਸਿਮਰਨ ਕਰਦਿਆਂ ਬਤੀਤ ਹੋ ਜਾਵੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਅੱਜ ਦੇ ਪਾਵਨ ਹੁਕਮ ਦੀ ਆਖਰੀ ਪੰਕਤੀ ਦੇ ਅੰਦਰ ਭਗਤ ਜੀ ਬਖਸ਼ਿਸ਼ ਕਰ ਰਹੇ ਨੇ ਕਿ ਹੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ, ਤੇਰੇ ਦੀਦਾਰ ਕੀਤਿਆਂ ਨੂੰ, ਤੇਰੇ ਦਰਸ਼ਨ ਕੀਤਿਆਂ ਨੂੰ ਬੜਾ ਚਿਰ ਹੋ ਗਿਆ ਏ, ਤੇ ਤੇਰੇ ਦਰਸ਼ਨ ਦੀ ਆਸ ਦੇ ਵਿੱਚ, ਦੀਦਾਰ ਦੀ ਆਸ ਦੇ ਵਿੱਚ ਮੈਂ ਜਿਉਂਦਾ ਹਾਂ, ਮੈਂ ਜਿਉਂਦਾ ਹਾਂ। ਸਾਧ ਸੰਗਤ ਜੀ, ਇਹ ਸਨ ਅੱਜ ਦੇ ਪਾਵਨ ਹੁਕਮ ਦੇ ਆਖਰੀ ਵਿਚਾਰ ਕਰਦਿਆਂ ਹੋਇਆਂ, ਬਾਣੀ ਪੜ੍ਹਦਿਆਂ ਹੋਇਆਂ ਦਾਸਰਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ, ਬਖਸ਼ ਲੈਣਾ। ਇਤਨੀਆਂ ਕੁ ਬੇਨਤੀਆਂ, ਇਤਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖਿਮਾ। ਗੱਜ ਕੇ ਫਤਿਹ ਬੁਲਾਓ ਜੀ, ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।